ਅੱਜ ਅਸੀਂ ਗੱਲ ਕਰਾਂਗੇ ਕੋਹਿਨੂਰ ਹੀਰੇ ਦੀ, ਜੋ ਕਦੇ ਪੰਜਾਬ ਦੀ ਸ਼ਾਨ ਹੁੰਦਾ ਸੀ। ਉਹ ਹੀਰਾ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਂਹ ਦੇ ਉੱਤੇ ਬੰਨ੍ਹ ਕੇ ਰੱਖਦੇ ਸੀ। 5000 ਸਾਲ ਪੁਰਾਣਾ ਇਹ ਹੀਰਾ ਪਹਿਲੀ ਵਾਰ ਕਿੱਥੇ ਮਿਲਿਆ ਸੀ? ਕੌਣ ਸੀ ਕੋਹਿਨੂਰ ਹੀਰੇ ਦਾ ਸਭ ਤੋਂ ਪਹਿਲਾ ਮਾਲਕ? ਕੋਹਿਨੂਰ ਨਾਮ ਕਿਸ ਨੇ ਰੱਖਿਆ ਸੀ ਇਸ ਹੀਰੇ ਦਾ? ਇਸ ਨੂੰ ਪਾਉਣ ਲਈ ਕਿੰਨੀਆਂ ਜੰਗਾਂ ਹੋਈਆਂ? ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ? ਕਿੰਨੇ ਲੋਕਾਂ ਦੀ ਕਿਸਮਤ ਇਸ ਹੀਰੇ ਨੇ ਚਮਕਾਈ ਤੇ ਕਿੰਨੇ ਲੋਕਾਂ ਨੂੰ ਇਸ ਕੋਹਿਨੂਰ ਹੀਰੇ ਨੇ ਬਰਬਾਦ ਕੀਤਾ? ਮਹਾਰਾਜਾ ਰਣਜੀਤ ਸਿੰਘ ਕੋਲ ਕਿਵੇਂ ਪਹੁੰਚਿਆ ਇਹ ਹੀਰਾ ਤੇ ਅੰਗਰੇਜ਼ ਕਿਵੇਂ ਪੰਜਾਬ ਤੋਂ ਲੈ ਕੇ ਗਏ ਕੋਹਿਨੂਰ ਹੀਰਾ? ਅੱਜ ਅਸੀਂ ਦੱਸਾਂਗੇ ਕੋਹਿਨੂਰ ਹੀਰੇ ਦਾ ਪੂਰਾ ਇਤਿਹਾਸ। ਇਤਿਹਾਸਕਾਰ ਦੱਸਦੇ ਹਨ ਕੋਹਿਨੂਰ ਹੀਰਾ ਅੱਜ ਤੋਂ ਤਕਰੀਬਨ 5000 ਸਾਲ ਪਹਿਲਾਂ ਗੋਲਕੁੰਡਾ ਦੀਆਂ ਖਦਾਨਾਂ ਵਿੱਚੋਂ ਮਿਲਿਆ ਸੀ। ਗੋਲਕੁੰਡਾ ਅੱਜ ਦੇ ਸਮੇਂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਇਲਾਕੇ ਦੇ ਵਿੱਚ ਹੈ। ਉਸ ਸਮੇਂ ਇੱਥੇ ਕਾਕਤੀਆ ਲੋਕ ਰਾਜ ਕਰਦੇ ਸਨ। ਇਹ ਚਮਕਦਾਰ ਹੀਰਾ ਜਦੋਂ ਕਾਕਤੀਆ ਲੋਕਾਂ ਨੂੰ ਮਿਲਿਆ ਉਦੋਂ ਇਹ 793 ਕੈਰਟ ਦਾ ਸੀ। ਉਹਨਾਂ ਨੇ ਇਹ ਹੀਰਾ ਕਾਲੀ ਮਾਤਾ ਦੇ ਮੰਦਿਰ ਵਿੱਚ ਇੱਕ ਮੂਰਤੀ ਦੀ ਅੱਖ ਦੇ ਵਿੱਚ ਲਗਾ ਦਿੱਤਾ ਸੀ। ਖਿਲਜੀ ਨੇ ਜਦੋਂ ਭਾਰਤ ਤੇ ਹਮਲਾ ਕੀਤਾ ਤਾਂ ਉਸ ਨੇ ਆਪਣੇ ਕਮਾਂਡਰ ਮਲਿਕ ਕਫੂਰ ਨੂੰ ਕਾਕਤੀਆ ਲੋਕਾਂ ਕੋਲ ਭੇਜਿਆ। ਮਲਿਕ ਕਫੂਰ ਜਦੋਂ ਕਾਕਤੀਆਂ ਦੇ ਰਾਜ ਵਿੱਚ ਆਇਆ ਤਾਂ ਉਸ ਨੇ ਉੱਥੇ ਲੁੱਟ ਖੋਹ ਕਰਨੀ ਸ਼ੁਰੂ ਕਰ ਦਿੱਤੀ। ਕਪੂਰ ਜਦੋਂ ਮੰਦਿਰ ਵਿੱਚ ਲੁੱਟ ਖੋਹ ਮਚਾ ਕੇ ਉੱਥੋਂ ਵਾਪਸ ਮੁੜ ਰਿਹਾ ਸੀ ਤਾਂ ਉਸ ਦੀ ਨਜ਼ਰ ਮੂਰਤੀ ਦੀ ਅੱਖ ਵਿੱਚ ਲੱਗੇ ਉਸ ਹੀਰੇ ਤੇ ਪਈ, ਜਿਸ ਹੀਰੇ ਦੀ ਰੋਸ਼ਨੀ ਦੇ ਨਾਲ ਪੂਰਾ ਮੰਦਿਰ ਚਮਕ ਰਿਹਾ ਸੀ। ਕਪੂਰ ਮੂਰਤੀ ਦੀ ਅੱਖ ਵਿੱਚੋਂ ਉਸ ਹੀਰੇ ਨੂੰ ਕੱਢ ਕੇ ਨਾਲ ਲੈ ਗਿਆ। ਇਸ ਹੀਰੇ ਦੀ ਲੁੱਟ ਤੋਂ ਤਕਰੀਬਨ 6 ਸਾਲ ਬਾਅਦ ਹੀ ਅਲਾਉਦੀਨ ਖਿਲਜੀ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਹੋ ਜਾਂਦਾ ਹੈ। ਕਈ ਇਤਿਹਾਸਕਾਰ ਲਿਖਦੇ ਹਨ ਕਿ ਖਿਲਜੀ ਦਾ ਕਤਲ ਕਪੂਰ ਨੇ ਹੀ ਕੀਤਾ ਸੀ। ਉਸ ਤੋਂ ਬਾਅਦ ਇਹ ਹੀਰਾ ਮਲਿਕ ਕਫੂਰ ਦੇ ਕੋਲ ਆ ਜਾਂਦਾ ਹੈ। ਅਲਾਉਦੀਨ ਖਿਲਜੀ ਦੇ ਮਰਨ ਤੋਂ ਬਾਅਦ ਮਲਿਕ ਕਫੂਰ ਖਿਲਜੀ ਦੇ ਸਾਰੇ ਰਾਜ ਤੇ ਹੀ ਕਬਜ਼ਾ ਕਰ ਲੈਂਦਾ ਹੈ। ਤਕਰੀਬਨ 4-5 ਸਾਲ ਵਿੱਚ ਹੀ 1320 ਵਿੱਚ ਖਿਲਜੀ ਸਲਤਨਤ ਦਾ ਅੰਤ ਹੋ ਜਾਂਦਾ ਹੈ। ਖਿਲਜੀ ਤੋਂ ਬਾਅਦ ਭਾਰਤ ਉੱਤੇ ਤੁਗਲਕਾਂ ਨੇ ਰਾਜ ਕੀਤਾ। ਉਸ ਤੋਂ ਬਾਅਦ ਸੈਯਦਾਂ ਨੇ ਰਾਜ ਕੀਤਾ। ਇਹਨਾਂ ਤਿੰਨਾਂ ਨੇ ਭਾਰਤ ਦੇ ਉੱਤੇ ਰਾਜ ਕੀਤਾ। ਇਹਨਾਂ 2067 ਸਾਲਾਂ ਦੇ ਵਿੱਚ ਕੋਹਿਨੂਰ ਹੀਰਾ ਕਿਸ ਦੇ ਕੋਲ ਸੀ? ਇਤਿਹਾਸ ਵਿੱਚ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ। ਬਾਬਰ ਭਾਰਤ ਵਿੱਚ 16ਵੀਂ ਸਦੀ ਵਿੱਚ ਆਇਆ ਅਤੇ ਇਬਰਾਹਿਮ ਲੋਧੀ ਨੂੰ ਹਰਾ ਕੇ ਉਸ ਨੇ ਮੁਗਲ ਰਾਜ ਕਾਇਮ ਕੀਤਾ ਅਤੇ ਭਾਰਤ ਵਿੱਚ ਮੁਗਲਾਂ ਦਾ ਪਹਿਲਾ ਬਾਦਸ਼ਾਹ ਬਣਿਆ। ਪਾਣੀਪਤ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ ਬਾਬਰ ਨੇ ਆਪਣੇ ਪੁੱਤਰ ਹਮਾਯੂੰ ਨੂੰ ਆਗਰੇ ਭੇਜ ਦਿੱਤਾ। ਉਸ ਨੂੰ ਪਤਾ ਸੀ ਲੋਧੀ ਦਾ ਖਜ਼ਾਨਾ ਆਗਰੇ ਵਿੱਚ ਹੈ। ਹਮਾਯੂੰ ਨੇ ਆਗਰੇ ਜਾ ਕੇ ਲੋਧੀ ਦਾ ਸਾਰਾ ਖਜ਼ਾਨਾ ਲੁੱਟ ਲਿਆ। ਉਸ ਖਜ਼ਾਨੇ ਦੇ ਵਿੱਚ ਉਸ ਨੂੰ ਕੋਹਿਨੂਰ ਹੀਰਾ ਵੀ ਮਿਲਿਆ। ਇਸ ਹੀਰੇ ਦਾ ਪਹਿਲੀ ਵਾਰ ਲਿਖਤੀ ਜ਼ਿਕਰ ਬਾਬਰਨਾਮਾ ਵਿੱਚ ਮਿਲਦਾ ਹੈ। ਬਾਬਰ ਕੋਲ ਆਉਣ ਤੋਂ ਪਹਿਲਾਂ ਇਸ ਹੀਰੇ ਦਾ ਕੋਈ ਨਾਮ ਨਹੀਂ ਸੀ। ਬਾਬਰ ਦੀ ਮੌਤ ਤੋਂ ਬਾਅਦ ਇਹ ਹੀਰਾ ਉਸ ਦੇ ਪੁੱਤਰ ਹਮਾਯੂੰ ਕੋਲ ਤਕਰੀਬਨ 10 ਸਾਲ ਰਿਹਾ। ਬਾਬਰ ਦੀ ਫੌਜ ਦਾ ਇੱਕ ਕਮਾਂਡਰ ਸ਼ੇਰ ਸ਼ਾਹ ਸੂਰੀ ਹਮਾਯੂੰ ਨੂੰ ਹਰਾ ਦਿੰਦਾ ਹੈ ਤੇ ਹਮਾਯੂੰ ਨੂੰ ਜੰਗ ਦਾ ਮੈਦਾਨ ਅਤੇ ਦੇਸ਼ ਛੱਡ ਕੇ ਭੱਜਣਾ ਪੈਂਦਾ ਹੈ। ਜੰਗ ਵਿੱਚੋਂ ਭੱਜ ਕੇ ਹਮਾਯੂੰ ਈਰਾਨ ਚਲਾ ਜਾਂਦਾ ਹੈ। ਈਰਾਨ ਜਾ ਕੇ ਉੱਥੋਂ ਦੇ ਬਾਦਸ਼ਾਹ ਸ਼ਾਹ ਤਮਸ ਨੂੰ ਮਿਲਦਾ ਹੈ। ਸ਼ਾਹ ਤਮਸ ਹਮਾਯੂੰ ਦੀ ਬੜੀ ਮਦਦ ਕਰਦਾ ਹੈ। ਉੱਥੇ ਰਹਿ ਕੇ ਹੀ ਇਹ ਆਪਣੀ ਫੌਜ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦਾ ਹੈ ਤੇ ਫਿਰ ਇਹ ਦੁਬਾਰਾ ਭਾਰਤ ਤੇ ਹਮਲਾ ਕਰਕੇ ਦੁਬਾਰਾ ਭਾਰਤ ਦਾ ਬਾਦਸ਼ਾਹ ਬਣਦਾ ਹੈ। ਹਮਾਯੂੰ ਇਹ ਹੀਰਾ ਈਰਾਨ ਦੇ ਬਾਦਸ਼ਾਹ ਸ਼ਾਹ ਤਮਸ ਨੂੰ ਤੋਹਫੇ ਵਜੋਂ ਦੇ ਦਿੰਦਾ ਹੈ। ਸ਼ਾਹ ਤਮਸ ਇਸ ਹੀਰੇ ਨੂੰ ਭਾਰਤ ਦੇ ਦੱਖਣ ਵਿੱਚ ਅਹਿਮਦ ਨਗਰ ਦੇ ਇੱਕ ਸੁਲਤਾਨ ਨੂੰ ਤੋਹਫੇ ਵਜੋਂ ਭੇਜ ਦਿੰਦਾ ਹੈ। ਈਰਾਨ ਦਾ ਬਾਦਸ਼ਾਹ ਅਹਿਮਦ ਸ਼ਾਹ ਦੇ ਨਾਲ ਦੋਸਤੀ ਕਰਨਾ ਚਾਹੁੰਦਾ ਸੀ। ਉਸ ਨੂੰ ਖੁਸ਼ ਕਰਨ ਵਾਸਤੇ ਸ਼ਾਹ ਤਮਸ ਇੱਕ ਭਰੋਸੇਮੰਦ ਦੂਤ ਨੂੰ ਇਹ ਹੀਰਾ ਦੇ ਕੇ ਭਾਰਤ ਭੇਜਦਾ ਹੈ। ਈਰਾਨ ਤੋਂ ਭਾਰਤ ਆਉਂਦੇ ਸਮੇਂ ਉਹ ਦੂਤ ਰਸਤੇ ਵਿੱਚ ਹੀ ਗਾਇਬ ਹੋ ਗਿਆ। ਉਸ ਦਾ ਪਤਾ ਹੀ ਨਹੀਂ ਲੱਗਿਆ ਉਹ ਕਿੱਧਰ ਗਿਆ। ਉਸ ਦੂਤ ਦੇ ਨਾਲ ਹੀ ਇਹ ਹੀਰਾ ਵੀ ਗਾਇਬ ਹੋ ਗਿਆ। ਉਸ ਤੋਂ ਬਾਅਦ ਨਾ ਉਹ ਦੂਤ ਮਿਲਿਆ ਨਾ ਹੀ ਹੀਰਾ। ਗਾਇਬ ਹੋਣ ਤੋਂ ਤਕਰੀਬਨ 100 ਸਾਲ ਬਾਅਦ ਇਹ ਹੀਰਾ ਭਾਰਤ ਦੇ ਕਰਨਾਟਕਾ ਵਿੱਚ ਮੀਰ ਜੁਮਲਾ ਨਾਮ ਦੇ ਇੱਕ ਹੀਰਿਆਂ ਦੇ ਵਪਾਰੀ ਕੋਲ ਦੇਖਿਆ ਗਿਆ। ਫਿਰ ਮੀਰ ਜੁਮਲਾ ਕਰਨਾਟਕ ਤੋਂ ਸਿੱਧਾ ਦਿੱਲੀ ਜਾ ਕੇ ਮੁਗਲਾਂ ਦੇ ਬਾਦਸ਼ਾਹ ਸ਼ਾਹਜਹਾਨ ਨੂੰ ਮਿਲਣ ਜਾਂਦਾ ਹੈ। ਇਸ ਬੇਸ਼ਕੀਮਤੀ ਹੀਰੇ ਨੂੰ ਨਜ਼ਰਾਨੇ ਦੇ ਤੌਰ ਤੇ ਸ਼ਾਹਜਹਾਨ ਨੂੰ ਭੇਂਟ ਕਰ ਦਿੰਦਾ ਹੈ। ਹੁਣ ਇਹ ਹੀਰਾ ਦੁਬਾਰਾ ਭਾਰਤ ਆ ਜਾਂਦਾ ਹੈ। ਜਦੋਂ ਮੁਗਲ ਦਰਬਾਰ ਦੇ ਵਿੱਚ ਕੋਹਿਨੂਰ ਹੀਰੇ ਦੀ ਖਬਰ ਮਿਲੀ, ਹੀਰੇ ਨੂੰ ਦੇਖ ਕੇ ਮੁਗਲ ਦਰਬਾਰ ਦੇ ਵਿੱਚ ਸੂਝਵਾਨ ਤੇ ਪੁਰਾਣੇ ਲੋਕਾਂ ਦੇ ਵਿੱਚ ਇਹ ਚਰਚਾ ਛਿੜ ਗਈ ਕਿ ਇਹ ਹੀਰਾ ਉਹੀ ਹੀਰਾ ਹੈ ਜੋ ਬਾਬਰ ਦਾ ਹੀਰਾ 100 ਸਾਲ ਪਹਿਲਾਂ ਗੁੰਮ ਹੋਇਆ ਸੀ। ਇਸ ਉੱਤੇ ਇਤਿਹਾਸਕਾਰਾਂ ਦੀ ਅਲੱਗ-ਅਲੱਗ ਰਾਏ ਹੈ। ਇੱਕ ਕਹਿੰਦੇ ਨੇ ਇਹ ਮੀਰ ਜੁਮਲੇ ਵਾਲਾ ਹੀਰਾ ਹੈ, ਕੋਈ ਕਹਿ ਰਿਹਾ ਸੀ ਇਹ ਕੋਹਿਨੂਰ ਹੀਰਾ ਹੈ। ਉੱਥੋਂ ਦੇ ਲੋਕਾਂ ਨੇ ਵੀ ਜ਼ਿਆਦਾਤਰ ਇਹੀ ਮੰਨਿਆ ਕਿ ਇਹ ਉਹੀ ਹੀਰਾ ਹੈ ਜਿਹੜਾ 100 ਸਾਲ ਪਹਿਲਾਂ ਬਾਬਰ ਦਾ ਗੁੰਮ ਹੋਇਆ ਸੀ। ਸ਼ਾਹਜਹਾਨ ਦੀ ਮੌਤ ਤੋਂ ਬਾਅਦ ਇਹ ਹੀਰਾ ਉਸ ਦੇ ਪੁੱਤਰ ਔਰੰਗਜ਼ੇਬ ਦੇ ਕੋਲ ਚਲਾ ਗਿਆ। ਜਦੋਂ ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਬਣਿਆ ਅਤੇ ਔਰੰਗਜ਼ੇਬ ਇਸ ਨੂੰ ਹੋਰ ਚਮਕਾਉਣਾ ਚਾਹੁੰਦਾ ਸੀ ਤਾਂ ਉਹ ਹੀਰਿਆਂ ਦੇ ਇੱਕ ਮਾਹਰ ਬੋਰਜੀਆ ਨੂੰ ਬਾਹਰਲੇ ਮੁਲਕ ਤੋਂ ਬੁਲਾਉਂਦਾ ਹੈ ਤਾਂ ਜੋ ਇਸ ਹੀਰੇ ਨੂੰ ਤਰਾਸ਼ ਕੇ ਹੋਰ ਸੋਹਣਾ ਬਣਾਇਆ ਜਾ ਸਕੇ। ਬੋਰਜੀਆ ਤੋਂ ਉਹ ਹੀਰਾ ਤਰਾਸ਼ ਦੇ ਸਮੇਂ ਟੁੱਟ ਜਾਂਦਾ ਹੈ। ਉਸ ਹੀਰੇ ਦੇ ਕਈ ਟੁਕੜੇ ਹੋ ਜਾਂਦੇ ਹਨ।
ਬੋਰਜੀਆ ਹੀਰੇ ਦੇ ਟੁੱਟਣ ਕਰਕੇ ਬੜਾ ਡਰ ਜਾਂਦਾ ਹੈ। ਉਸ ਤੋਂ ਬਾਅਦ ਹੀਰੇ ਦੇ ਸਭ ਤੋਂ ਵੱਡੇ ਟੁਕੜੇ ਨੂੰ ਤਰਾਸ਼ ਕੇ ਔਰੰਗਜ਼ੇਬ ਦੇ ਸਾਹਮਣੇ ਲੈ ਜਾਂਦਾ ਹੈ। ਹੁਣ 793 ਕੈਰਟ ਦਾ ਹੀਰਾ ਟੁੱਟ ਕੇ 4 ਗੁਣਾ ਛੋਟਾ ਹੋ ਚੁੱਕਿਆ ਸੀ। ਹੁਣ ਇਹ ਹੀਰਾ 186 ਕੈਰਟ ਦਾ ਰਹਿ ਗਿਆ ਸੀ। ਔਰੰਗਜ਼ੇਬ ਇਸ ਹੀਰੇ ਨੂੰ ਦੇਖਣ ਲਈ ਬੜਾ ਬੇਚੈਨ ਸੀ, ਪਰ ਜਦੋਂ ਔਰੰਗਜ਼ੇਬ ਇਸ ਹੀਰੇ ਨੂੰ ਦੇਖਦਾ ਹੈ ਤਾਂ ਉਹ ਗੁੱਸੇ ਹੋ ਜਾਂਦਾ ਹੈ ਅਤੇ ਬੋਰਜੀਆ ਦੀ ਸਾਰੀ ਜਾਇਦਾਦ ਜ਼ਬਤ ਕਰ ਲੈਂਦਾ ਹੈ ਤੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੰਦਾ ਹੈ। ਉਸ ਤੋਂ ਬਾਅਦ ਔਰੰਗਜ਼ੇਬ ਇਸ ਹੀਰੇ ਨੂੰ ਆਪਣੇ ਤਖਤੇ ਤਾਊਸ ਦੇ ਉੱਪਰ ਇੱਕ ਮੋਰ ਦੀ ਅੱਖ ਦੇ ਵਿੱਚ ਜੜਵਾ ਦਿੰਦਾ ਹੈ, ਜਿਹੜਾ ਸ਼ਾਹਜਹਾਨ ਨੇ ਬਣਵਾਇਆ ਸੀ। ਉਸ ਸਮੇਂ ਇਸ ਤਖਤ ਨੂੰ ਬਣਾਉਣ ਵਾਸਤੇ 1100 ਕਿਲੋ ਸੋਨਾ ਲੱਗਿਆ ਸੀ। ਔਰੰਗਜ਼ੇਬ ਤੋਂ ਬਾਅਦ ਉਸ ਦਾ ਮੁੰਡਾ ਬਹਾਦਰ ਸ਼ਾਹ ਰਾਜਾ ਬਣਿਆ ਤੇ ਬਹਾਦਰ ਸ਼ਾਹ ਤੋਂ ਬਾਅਦ ਥੋੜੇ ਹੀ ਸਮੇਂ ਵਿੱਚ ਇਹ ਹੀਰਾ ਹੁਣ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੇ ਕੋਲ ਚਲਾ ਜਾਂਦਾ ਹੈ। ਜਦੋਂ ਹੀਰੇ ਦਾ ਇਤਿਹਾਸ ਦੇਖਦੇ ਹਾਂ ਤਾਂ ਇਹ ਕਈ ਵਾਰ ਭਾਰਤ ਤੋਂ ਗਿਆ, ਪਰ ਦੁਬਾਰਾ ਫੇਰ ਭਾਰਤ ਵਿੱਚ 18ਵੀਂ ਸਦੀ ਦੇ ਵਿੱਚ ਆਇਆ। ਈਰਾਨ ਦਾ ਹਮਲਾਵਰ ਨਾਦਰ ਸ਼ਾਹ 1.5 ਲੱਖ ਦੀ ਫੌਜ ਲੈ ਕੇ ਮੁਹੰਮਦ ਸ਼ਾਹ ਰੰਗੀਲੇ ਦੀ 10 ਲੱਖ ਦੀ ਫੌਜ ਨੂੰ ਹਰਾ ਦਿੰਦਾ ਹੈ। ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦਾ ਮੰਤਰੀ ਆਪਣੀ ਪੱਗ ਲਾ ਕੇ ਨਾਦਰ ਸ਼ਾਹ ਦੇ ਪੈਰਾਂ ਦੇ ਵਿੱਚ ਰੱਖ ਦਿੰਦਾ ਹੈ ਤੇ ਕਹਿੰਦਾ ਹੈ, ਤੂੰ ਜਿਹੜੀ ਸਜ਼ਾ ਦੇਣੀ ਹੈ ਸਾਨੂੰ ਦੇ, ਇਹਨਾਂ ਬੇਕਸੂਰ ਲੋਕਾਂ ਨੂੰ ਛੱਡ ਦੇ। ਦਿੱਲੀ ਦੇ ਲੋਕਾਂ ਦਾ ਕੀ ਕਸੂਰ ਹੈ? ਫੇਰ ਨਾਦਰ ਸ਼ਾਹ ਸਮਝੌਤਾ ਕਰਦਾ ਹੈ, ਮੈਂ ਤੁਹਾਨੂੰ ਵੀ ਛੱਡ ਸਕਦਾ ਹਾਂ, ਤੁਹਾਡੇ ਲੋਕਾਂ ਨੂੰ ਵੀ ਛੱਡ ਸਕਦਾ ਹਾਂ। ਇਸ ਦੇ ਬਦਲੇ 90 ਕਰੋੜ ਰੁਪਇਆ ਲਿਆ ਕੇ ਮੇਰੇ ਸਾਹਮਣੇ ਪੇਸ਼ ਕਰੋ। ਉਸ ਸਮੇਂ ਮੁਹੰਮਦ ਸ਼ਾਹ ਰੰਗੀਲਾ ਕੋਲ ਖਜ਼ਾਨੇ ਦੇ ਵਿੱਚ 70 ਕਰੋੜ ਹੀ ਸਨ। ਉਹ 70 ਕਰੋੜ ਨਾਦਰ ਸ਼ਾਹ ਨੂੰ ਦਿੱਤਾ ਜਾਂਦਾ ਹੈ। 20 ਕਰੋੜ ਰੁਪਏ ਲੋਕਾਂ ਤੋਂ ਹੀ ਵਸੂਲੇ ਜਾਂਦੇ ਹਨ। 90 ਕਰੋੜ ਪੂਰਾ ਕਰਕੇ ਨਾਦਰ ਸ਼ਾਹ ਨੂੰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਨਾਦਰ ਸ਼ਾਹ ਆਪਣੇ ਜਰਨੈਲਾਂ ਦੇ ਨਾਲ ਜਸ਼ਨ ਮਨਾਉਂਦਾ ਹੈ ਕਿ ਮੈਂ ਭਾਰਤ ਨੂੰ ਲੁੱਟ ਕੇ ਚੱਲਿਆ ਹਾਂ। ਉਸ ਜਸ਼ਨ ਦੇ ਵਿੱਚ ਇੱਕ ਨੱਚਣ ਵਾਲੀ ਸੀ ਜੋ ਮੁਹੰਮਦ ਸ਼ਾਹ ਰੰਗੀਲਾ ਕੋਲ ਵੀ ਨੱਚਦੀ ਹੁੰਦੀ ਸੀ, ਤਾਂ ਉਸਨੇ ਨਾਦਰ ਸ਼ਾਹ ਨੂੰ ਕਿਹਾ, ਸਭ ਤੋਂ ਕੀਮਤੀ ਚੀਜ਼ ਉਹ ਤਾਂ ਤੁਹਾਨੂੰ ਮਿਲੀ ਹੀ ਨਹੀਂ। ਫੇਰ ਉਸਨੇ ਨਾਦਰ ਸ਼ਾਹ ਨੂੰ ਦੱਸਿਆ ਕੋਹਿਨੂਰ ਹੀਰੇ ਬਾਰੇ। ਉਸ ਹੀਰੇ ਨੂੰ ਮਯੂਰ ਸਿੰਘਾਸਣ ਤੋਂ ਪੱਟ ਕੇ ਅਹਿਮਦ ਸ਼ਾਹ ਰੰਗੀਲਾ ਨੇ ਆਪਣੀ ਪੱਗ ਦੇ ਵਿੱਚ ਲੁਕੋ ਲਿਆ ਸੀ। ਇਹ ਨੱਚਣ ਵਾਲੀ ਨਾਦਰ ਸ਼ਾਹ ਨੂੰ ਦੱਸਦੀ ਹੈ ਕਿ ਉਹ ਹੀਰਾ ਮੁਹੰਮਦ ਸ਼ਾਹ ਰੰਗੀਲਾ ਨੇ ਆਪਣੀ ਪੱਗ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ। ਉਸ ਤੋਂ ਬਾਅਦ ਨਾਦਰ ਸ਼ਾਹ ਚਲਾਕੀ ਦੇ ਨਾਲ ਅਗਲੇ ਦਿਨ ਮੁਹੰਮਦ ਸ਼ਾਹ ਰੰਗੀਲੇ ਕੋਲ ਜਾਂਦਾ ਹੈ ਅਤੇ ਕਹਿੰਦਾ ਹੈ, ਆਪਾਂ ਅੱਜ ਤੋਂ ਭਰਾ ਹਾਂ। ਅਤੇ ਨਾਦਰ ਸ਼ਾਹ ਨੇ ਕਿਹਾ, ਸਾਡੇ ਤਾਂ ਪੱਗ ਵਟਾਉਣ ਦਾ ਰਿਵਾਜ ਹੈ, ਆਪਾਂ ਪੱਗਾਂ ਵਟਾ ਲੈਂਦੇ ਹਾਂ। ਨਾਦਰ ਸ਼ਾਹ ਜਦੋਂ ਮੁਹੰਮਦ ਸ਼ਾਹ ਰੰਗੀਲੇ ਦੀ ਪੱਗ ਵਿੱਚੋਂ ਉਹ ਹੀਰਾ ਚੱਕਦਾ ਹੈ ਤਾਂ ਹੀਰੇ ਦੀ ਚਮਕ ਦੇਖ ਕੇ ਉਹ ਦੰਗ ਰਹਿ ਜਾਂਦਾ ਹੈ। ਤਾਂ ਨਾਦਰ ਸ਼ਾਹ ਦੇ ਮੂੰਹ ਵਿੱਚੋਂ ਉਹ ਜਿਹੜੇ ਪਹਿਲੇ ਫਾਰਸੀ ਸ਼ਬਦ ਨਿਕਲੇ ਸੀ ਉਹ ਸੀ ਕੋਹਿਨੂਰ। ਕੋਹਿਨੂਰ ਫਾਰਸੀ ਦਾ ਸ਼ਬਦ ਹੈ। ਫਾਰਸੀ ਵਿੱਚ ਕੋਹ ਦਾ ਮਤਲਬ ਪਹਾੜ ਤੇ ਨੂਰ ਦਾ ਮਤਲਬ ਰੋਸ਼ਨੀ ਦਾ ਪਹਾੜ। ਇਸ ਹੀਰੇ ਨੂੰ ਹਜ਼ਾਰਾਂ ਸਾਲਾਂ ਬਾਅਦ ਇੱਕ ਨਾਮ ਮਿਲਿਆ ਸੀ ਜੋ ਪੱਕਾ ਹੀ ਇਸ ਹੀਰੇ ਦੇ ਨਾਲ ਜੁੜ ਚੁੱਕਿਆ ਸੀ। ਇਸ ਘਟਨਾ ਦਾ ਜ਼ਿਕਰ ਮੁਹੰਮਦ ਕਾਜ਼ਮ ਮਾਰਵੀ ਆਪਣੀ ਕਿਤਾਬ ਆਲਮ ਵਾਰਾਏ ਨਾਦਰੀ ਵਿੱਚ ਕਰਦਾ ਹੈ। ਉਹ ਕਹਿੰਦਾ ਹੈ ਕਿ ਜਦੋਂ ਇਹ ਹੀਰਾ ਨਾਦਰ ਸ਼ਾਹ ਨੂੰ ਮਿਲਿਆ, ਮੈਂ ਉੱਥੇ ਹੀ ਮੌਜੂਦ ਸੀ। 90 ਕਰੋੜ ਦਾ ਮਾਲ, ਤਖਤੇ ਤਾਊਸ ਤੇ ਕੋਹਿਨੂਰ ਹੀਰਾ ਲੈ ਕੇ ਨਾਦਰ ਸ਼ਾਹ ਈਰਾਨ ਚਲਾ ਗਿਆ। ਇਸ ਹੀਰੇ ਨੇ ਨਾਦਰ ਸ਼ਾਹ ਨਾਲ ਵੀ ਜ਼ਿਆਦਾ ਵਫਾ ਨਹੀਂ ਕੀਤੀ। ਕੋਹਿਨੂਰ ਕਰਕੇ ਉਸ ਦੀ ਜ਼ਿੰਦਗੀ ਹੋਰ ਵੀ ਔਖੀ ਹੋ ਗਈ। ਕੋਹਿਨੂਰ ਹੀਰੇ ਦੇ ਮਿਲਣ ਤੋਂ ਬਾਅਦ ਤਕਰੀਬਨ 7 ਸਾਲ ਬਾਅਦ ਸੁੱਤੇ ਪਏ ਨਾਦਰ ਸ਼ਾਹ ਨੂੰ ਉਸ ਦੇ ਨਾਲ ਦੇ ਹੀ ਕਿਸੇ ਸਾਥੀ ਨੇ ਗਲਾ ਵੱਢ ਕੇ ਮਾਰ ਦਿੱਤਾ। ਕੋਹਿਨੂਰ ਹੀਰੇ ਨੂੰ ਪਾਉਣ ਵਾਸਤੇ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਕੋਹਿਨੂਰ ਹੀਰਾ ਉਸ ਦੇ ਭਤੀਜੇ ਅਲੀ ਸ਼ਾਹ ਕੋਲ ਆ ਜਾਂਦਾ ਹੈ। ਅਲੀ ਸ਼ਾਹ ਨੂੰ ਵੀ ਉਸ ਹੀਰੇ ਲਈ ਕੈਦ ਕਰ ਲਿਆ ਜਾਂਦਾ ਹੈ, ਅੱਖਾਂ ਕੱਢ ਦਿੱਤੀਆਂ ਜਾਂਦੀਆਂ ਹੈ। ਕੋਹਿਨੂਰ ਇਸ ਤੋਂ ਬਾਅਦ ਨਾਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜ਼ਾ ਕੋਲ ਚਲਾ ਜਾਂਦਾ ਹੈ। ਸ਼ਾਹਰੁਖ ਮਿਰਜ਼ਾ ਦੇ ਨਾਲ ਵੀ ਉਹੀ ਹੁੰਦਾ ਹੈ, ਉਸ ਦੇ ਨਾਲ ਦਾ ਹੀ ਸਾਥੀ ਉਸ ਨੂੰ ਕੈਦ ਕਰ ਲੈਂਦਾ ਹੈ। ਕੋਹਿਨੂਰ ਹੀਰਾ ਨਾਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜ਼ਾ ਦੇ ਕੋਲ ਆ ਜਾਂਦਾ ਹੈ। ਫਿਰ ਉਸ ਦੇ ਸਿਰ ਵਿੱਚ ਗਰਮ ਲੋਹਾ ਪਿਘਲਾ ਕੇ ਪਾਇਆ ਜਾਂਦਾ ਹੈ। ਇੰਨੇ ਜ਼ਿਆਦਾ ਤਸੀਹੇ ਦਿੱਤੇ ਜਾਂਦੇ ਹਨ ਇਸ ਹੀਰੇ ਵਾਸਤੇ, ਪਰ ਸ਼ਾਹਰੁਖ ਮਿਰਜ਼ਾ ਉਸ ਤੋਂ ਪਹਿਲਾਂ ਹੀ ਇਸ ਹੀਰੇ ਨੂੰ ਆਪਣੇ ਦਾਦੇ ਨਾਦਰ ਸ਼ਾਹ ਦੇ ਇੱਕ ਵਫਾਦਾਰ ਸਿਪਾਹੀ ਅਹਿਮਦ ਸ਼ਾਹ ਅਬਦਾਲੀ ਨੂੰ ਦੇ ਦਿੰਦਾ ਹੈ। ਅਹਿਮਦ ਸ਼ਾਹ ਅਬਦਾਲੀ ਭਾਰਤ ਤੇ 8 ਹਮਲੇ ਕਰਦਾ ਹੈ। ਕਿਹਾ ਜਾਂਦਾ ਹੈ ਕਿ ਹਰ ਹਮਲੇ ਦੌਰਾਨ ਕੋਹਿਨੂਰ ਅਹਿਮਦ ਸ਼ਾਹ ਅਬਦਾਲੀ ਦੀ ਬਾਹ ਦੇ ਨਾਲ ਬੰਨਿਆ ਹੁੰਦਾ ਸੀ। ਉਹ ਕੋਹਿਨੂਰ ਹੀਰਾ ਅਹਿਮਦ ਸ਼ਾਹ ਅਬਦਾਲੀ ਤੋਂ ਕੋਈ ਨਹੀਂ ਖੋ ਸਕਦਾ ਸੀ। ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਇਹ ਹੀਰਾ ਉਸ ਦੇ ਪੁੱਤਰ ਤੈਮੂਰ ਕੋਲ ਚਲਾ ਜਾਂਦਾ ਹੈ। ਤੈਮੂਰ ਦੀ ਮੌਤ ਤੋਂ ਬਾਅਦ ਹੀਰਾ ਉਸ ਦੇ ਪੁੱਤਰ ਸ਼ਾਹਜਮਾਨ ਦੇ ਕੋਲ, ਸ਼ਾਹਜਮਾਨ ਅਬਦਾਲੀ ਦਾ ਪੋਤਾ ਸੀ। ਸ਼ਾਹਜਮਾਨ ਨੂੰ ਮਹਿਮਾਨ ਨਵਾਜੀ ਦੇ ਬਹਾਨੇ ਇੱਕ ਕਿਲੇ ਦੇ ਵਿੱਚ ਕੈਦ ਕਰ ਲਿਆ ਜਾਂਦਾ ਹੈ, ਪਰ ਕੈਦ ਹੋਣ ਤੋਂ ਪਹਿਲਾਂ ਸ਼ਾਹਜਮਾਨ ਇੱਕ ਚਲਾਕੀ ਕਰਦਾ ਹੈ। ਉਸ ਨੂੰ ਪਤਾ ਸੀ ਇਸ ਹੀਰੇ ਵਾਸਤੇ ਕਿੰਨੇ ਕਤਲ ਹੋਏ ਨੇ, ਉਹ ਮੇਰੇ ਤੋਂ ਵੀ ਹੀਰਾ ਖੋਣਗੇ। ਸ਼ਾਹਜਮਾਨ ਉਸੇ ਹੀ ਕਿਲੇ ਦੀ ਇੱਕ ਕੰਧ ਦੀ ਦਰਾਰ ਦੇ ਵਿੱਚ ਇਸ ਹੀਰੇ ਨੂੰ ਲੁਕੋ ਦਿੰਦਾ ਹੈ। ਉਸ ਤੋਂ ਬਾਅਦ ਸ਼ਾਹਜਮਾਨ ਨੂੰ ਕੈਦ ਕਰ ਲਿਆ ਜਾਂਦਾ ਹੈ। ਤਸੀਹੇ ਦਿੱਤੇ ਜਾਂਦੇ ਨੇ
ਪਰ ਹੀਰਾ ਨਹੀਂ ਮਿਲਦਾ, ਕਿਉਂਕਿ ਹੀਰਾ ਸ਼ਾਹਜਮਾਨ ਦੇ ਕੋਲ ਹੈ ਹੀ ਨਹੀਂ ਸੀ। ਜੇ ਹੀਰਾ ਸ਼ਾਹਜਮਾਨ ਕੋਲ ਹੋਵੇ ਤਾਂ ਹੀ ਤਾਂ ਉਹ ਦੇਵੇ। ਸ਼ਾਹਜਮਾਨ ਦਾ ਛੋਟਾ ਭਰਾ ਸੀ ਸ਼ਾਹ ਸੂਜਾ। ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੇਰੇ ਭਰਾ ਨੂੰ ਕੈਦ ਕਰ ਲਿਆ ਹੈ ਤੇ ਕੋਹੇਨੂਰ ਹੀਰਾ ਵੀ ਉਸ ਦੇ ਕੋਲ ਹੈ, ਉਹ ਇਸ ਕਿਲੇ ਉੱਤੇ ਹਮਲਾ ਕਰ ਦਿੰਦਾ ਹੈ। ਸ਼ਾਹ ਸੂਜਾ ਦੇ ਭਰਾ ਸ਼ਾਹਜਮਾਨ ਨੂੰ ਵੀ ਫੜ ਲਿਆ ਜਾਂਦਾ ਹੈ। ਉਸ ਨੂੰ ਕੋਹੇਨੂਰ ਬਾਰੇ ਪੁੱਛਿਆ ਜਾਂਦਾ ਹੈ ਕਿ ਕੋਹੇਨੂਰ ਹੀਰਾ ਕਿੱਥੇ ਹੈ। ਹੁਣ ਉਹ ਕਿੱਥੋਂ ਕੋਹੇਨੂਰ ਹੀਰਾ ਦੇਵੇ, ਉਸ ਦੇ ਕੋਲ ਤਾਂ ਹੀਰਾ ਹੈ ਹੀ ਨਹੀਂ ਸੀ। ਉਸ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਪੂਰੇ ਕਿਲੇ ਵਿੱਚੋਂ ਕੋਹੇਨੂਰ ਹੀਰਾ ਲੱਭਿਆ ਜਾਂਦਾ ਹੈ, ਪਰ ਹੀਰਾ ਨਹੀਂ ਮਿਲਦਾ। ਗੁੱਸੇ ਵਿੱਚ ਆਇਆ ਸ਼ਾਹ ਸੂਜਾ ਉਸ ਪੂਰੇ ਕਿਲੇ ਅਤੇ ਜੇਲ੍ਹ ਨੂੰ ਤਬਾਹ ਕਰ ਦਿੰਦਾ ਹੈ। ਫਿਰ ਉਸ ਬੇਸ਼ਕੀਮਤੀ ਕੋਹੇਨੂਰ ਹੀਰਾ, ਜਿਸ ਦੇ ਲਈ ਕਿੰਨੇ ਹੀ ਬਾਦਸ਼ਾਹਾਂ ਦੇ ਕਤਲ ਹੋਏ ਸੀ, ਉਹ ਹੀਰਾ ਗੁੰਮਨਾਮੀ ਦੇ ਹਨੇਰੇ ਵਿੱਚ ਪਿਆ ਸੀ ਤੇ ਉਸ ਦਾ ਕੋਈ ਵਾਲੀ ਵਾਰਸ ਨਹੀਂ ਸੀ। ਕਿੰਨੇ ਹਜ਼ਾਰਾਂ ਲੋਕ ਉਸ ਮਲਬੇ ਦੇ ਢੇਰ ਦੇ ਉੱਤੋਂ ਦੀ ਲੰਘਦੇ, ਪਰ ਕਿਸੇ ਨੂੰ ਉਸ ਹੀਰੇ ਬਾਰੇ ਪਤਾ ਨਹੀਂ ਚੱਲਦਾ। ਇੱਕ ਦਿਨ ਇੱਕ ਬਜ਼ੁਰਗ ਮੌਲਵੀ ਉੱਥੋਂ ਦੀ ਲੰਘ ਰਿਹਾ ਸੀ। ਉਸ ਨੂੰ ਮਲਬੇ ਵਿੱਚ ਇੱਕ ਚਮਕਦਾਰ ਪੱਥਰ ਦਿਖਦਾ ਹੈ। ਉਹ ਚਮਕਦੇ ਪੱਥਰ ਨੂੰ ਚੱਕ ਲੈਂਦਾ ਹੈ ਤੇ ਆਪਣੇ ਨਾਲ ਲੈ ਜਾਂਦਾ ਹੈ। ਉਸ ਨੂੰ ਇਸ ਹੀਰੇ ਦੀ ਕੀਮਤ ਨਹੀਂ ਪਤਾ ਸੀ। ਇੱਕ ਦਿਨ ਮੌਲਵੀ ਜਦੋਂ ਕੁਝ ਲਿਖ ਰਿਹਾ ਹੁੰਦਾ ਹੈ ਤਾਂ ਉਹ ਕੋਹੇਨੂਰ ਹੀਰੇ ਨੂੰ ਪੇਪਰ ਵੇਟ ਦੀ ਤਰ੍ਹਾਂ ਇਸਤੇਮਾਲ ਕਰਦਾ ਹੈ। ਉਸ ਮੌਲਵੀ ਨੂੰ ਪਤਾ ਹੀ ਨਹੀਂ ਸੀ ਕਿ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਮੇਰੇ ਕੋਲ ਹੈ। ਇਸ ਹੀਰੇ ਦੀ ਖਬਰ ਸ਼ਾਹ ਸੂਜਾ ਦੇ ਸਿਪਾਹੀਆਂ ਕੋਲ ਪਹੁੰਚ ਜਾਂਦੀ ਹੈ। ਉਹ ਆਉਂਦੇ ਨੇ ਤੇ ਹੀਰਾ ਉਸ ਤੋਂ ਲੈ ਕੇ ਚਲੇ ਜਾਂਦੇ ਨੇ ਤੇ ਮੌਲਵੀ ਨੂੰ ਪੁੱਛਿਆ ਜਾਂਦਾ ਹੈ ਕਿ ਤੇਰੇ ਕੋਲ ਕਿਵੇਂ ਆਇਆ ਇਹ ਹੀਰਾ। ਮੌਲਵੀ ਦੱਸਦਾ ਹੈ, ਇਹ ਹੀਰਾ ਮੈਨੂੰ ਮਲਬੇ ਦੇ ਢੇਰ ਦੇ ਵਿੱਚੋਂ ਮਿਲਿਆ ਹੈ, ਮੈਂ ਚੱਕ ਕੇ ਲੈ ਆਇਆ ਹਾਂ। ਸਿਪਾਹੀ ਉਸ ਹੀਰੇ ਨੂੰ ਸ਼ਾਹ ਸੂਜਾ ਨੂੰ ਦੇ ਦਿੰਦੇ ਹਨ। ਉਸ ਹੀਰੇ ਨੂੰ ਦੇਖ ਕੇ ਸ਼ਾਹ ਸੂਜਾ ਬੜਾ ਖੁਸ਼ ਹੁੰਦਾ ਹੈ ਕਿ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਮੇਰੇ ਕੋਲ ਹੈ, ਕਿਉਂਕਿ ਇਸ ਹੀਰੇ ਦੇ ਨਾਲ ਇਹ ਗੱਲ ਜੁੜ ਚੁੱਕੀ ਸੀ ਕਿ ਜਿਸ ਦੇ ਕੋਲ ਵੀ ਇਹ ਹੀਰਾ ਹੋਵੇਗਾ ਉਹ ਦੁਨੀਆ ਤੇ ਰਾਜ ਕਰੇਗਾ। ਇਸ ਹੀਰੇ ਕਰਕੇ ਇੱਕ ਦੂਜਿਆਂ ਦੇ ਕਤਲ ਕੀਤੇ ਜਾਂਦੇ ਸੀ। ਸ਼ਾਹ ਸੂਜਾ ਹੁਣ ਬੜਾ ਖੁਸ਼ ਸੀ ਕਿ ਹੁਣ ਮੈਂ ਦੁਨੀਆ ਤੇ ਰਾਜ ਕਰੂੰਗਾ, ਪਰ ਕੋਹੇਨੂਰ ਹੀਰੇ ਕਰਕੇ ਉਸ ਦਾ ਰਾਜ ਭਾਗ, ਜਿੰਨਾ ਵੀ ਉਸ ਦਾ ਖਜ਼ਾਨਾ ਸੀ, ਉਸ ਦਾ ਤਖਤ, ਸਭ ਕੁਝ ਖਤਮ ਹੋ ਗਿਆ। ਉਸਨੇ ਦੁਨੀਆ ਤਾਂ ਕੀ ਜਿੱਤਣੀ ਸੀ, ਜੋ ਕੁਝ ਉਸ ਦੇ ਕੋਲ ਸੀ ਉਹ ਵੀ ਉਸ ਦੇ ਕੋਲ ਨਹੀਂ ਰਿਹਾ। ਸ਼ਾਹ ਸੂਜਾ ਆਪਣੇ ਪਰਿਵਾਰ ਨੂੰ ਲੈ ਕੇ ਉੱਥੋਂ ਭੱਜ ਜਾਂਦਾ ਹੈ ਤਾਂ ਸ਼ਾਹ ਸੂਜਾ ਨੂੰ ਕਸ਼ਮੀਰ ਦਾ ਰਾਜਾ ਅਤੇ ਮੁਹੰਮਦ ਧੋਖੇ ਦੇ ਨਾਲ ਕੈਦ ਕਰ ਲੈਂਦੇ ਹਨ ਅਤੇ ਕੋਹੇਨੂਰ ਹੀਰਾ ਉਸ ਤੋਂ ਮੰਗਦੇ ਹਨ, ਪਰ ਕੋਹੇਨੂਰ ਹੀਰਾ ਸ਼ਾਹ ਸੂਜਾ ਕੋਲ ਹੁੰਦਾ ਹੀ ਨਹੀਂ। ਕੋਹੇਨੂਰ ਹੀਰਾ ਉਸ ਦੇ ਪਰਿਵਾਰ ਕੋਲ, ਉਸ ਦੀ ਘਰਵਾਲੀ ਵਫਾ ਬੇਗਮ ਦੇ ਕੋਲ ਸੀ। ਵਫਾ ਬੇਗਮ ਨੂੰ ਜਦੋਂ ਆਪਣੇ ਘਰਵਾਲੇ ਦੀ ਕੈਦ ਹੋਣ ਦੀ ਖਬਰ ਮਿਲਦੀ ਹੈ ਤਾਂ ਵਫਾ ਬੇਗਮ ਇੱਕ ਇਹੋ ਜਿਹਾ ਬੰਦਾ ਲੱਭਦੀ ਹੈ ਜਿਹੜਾ ਬਹੁਤ ਤਾਕਤਵਰ ਹੋਵੇ ਅਤੇ ਸ਼ਾਹ ਸੂਜਾ ਦੇ ਨਾਲ ਟੱਕਰ ਲੈ ਸਕੇ। ਤਾਂ ਉਸ ਸਮੇਂ ਇੱਕ ਹੀ ਅਜਿਹਾ ਬੰਦਾ ਸੀ ਜੋ ਉਸ ਦੀ ਮਦਦ ਕਰ ਸਕਦਾ ਸੀ। ਉਹ ਸੀ ਮਹਾਰਾਜਾ ਰਣਜੀਤ ਸਿੰਘ। ਫਿਰ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਲਾਹੌਰ ਜਾਂਦੀ ਹੈ ਅਤੇ ਸ਼ਾਹ ਸੂਜਾ ਬਾਰੇ ਦੱਸਦੀ ਹੈ ਤੇ ਮਦਦ ਦੀ ਗੁਹਾਰ ਲਗਾਉਂਦੀ ਹੈ ਕਿ ਮੇਰੇ ਪਤੀ ਨੂੰ, ਸ਼ਾਹ ਸੂਜਾ ਨੂੰ ਛੁਡਾ ਲਵੋ। ਉਹ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਵਾਅਦਾ ਕਰਦੀ ਹੈ, ਜੇ ਤੁਸੀਂ ਮੇਰੇ ਘਰ ਵਾਲੇ ਨੂੰ ਛੁਡਾਓਗੇ, ਮੇਰੇ ਕੋਲ ਬੇਸ਼ਕੀਮਤੀ ਕੋਹੇਨੂਰ ਹੀਰਾ ਹੈ, ਅਸੀਂ ਉਹ ਕੋਹੇਨੂਰ ਹੀਰਾ ਤੁਹਾਨੂੰ ਦੇ ਦੇਵਾਂਗੇ। ਤਾਂ ਮਹਾਰਾਜਾ ਰਣਜੀਤ ਸਿੰਘ ਆਪਣੇ ਜਰਨੈਲਾਂ ਨੂੰ ਨਾਲ ਲੈ ਕੇ ਕਸ਼ਮੀਰ ਦੇ ਅਤਾ ਮੁਹੰਮਦ ਉੱਤੇ ਹਮਲਾ ਕਰ ਦਿੰਦੇ ਹਨ। ਉੱਥੋਂ ਸ਼ਾਹ ਸੂਜਾ ਨੂੰ ਛੁਡਾ ਲਿਆ ਜਾਂਦਾ ਹੈ। ਫਿਰ ਵਾਅਦੇ ਮੁਤਾਬਿਕ ਮਹਾਰਾਜਾ ਰਣਜੀਤ ਸਿੰਘ ਉਹਨਾਂ ਤੋਂ ਕੋਹੇਨੂਰ ਹੀਰਾ ਮੰਗਦੇ ਹਨ। ਵਫਾ ਬੇਗਮ ਦੇ ਮਨ ਵਿੱਚ ਬੇਈਮਾਨੀ ਆ ਜਾਂਦੀ ਹੈ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਹੀਰਾ ਦੇਣ ਤੋਂ ਇਨਕਾਰ ਕਰਦੇ ਹਨ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਕਿਹਾ, ਤੁਸੀਂ ਮੇਰੀ ਸ਼ਰਨ ਵਿੱਚ ਹੋ, ਜੇ ਮੈਂ ਚਾਹਾਂ ਜ਼ਬਰਦਸਤੀ ਵੀ ਤੁਹਾਤੋਂ ਕੋਹੇਨੂਰ ਹੀਰਾ ਲੈ ਸਕਦਾ ਹਾਂ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, ਮੈਨੂੰ ਤੁਸੀਂ ਹੀਰਾ ਆਪਣੇ ਆਪ ਦਵੋ। ਪਰ ਸ਼ਾਹ ਸੂਜਾ ਤੇ ਉਸ ਦੀ ਘਰਵਾਲੀ ਨੇ ਕਈ ਚਲਾਕੀਆਂ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਨਕਲੀ ਹੀਰਾ ਬਣਵਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਦਿੱਤਾ। ਜਦੋਂ ਮਹਾਰਾਜੇ ਨੇ ਆਪਣੇ ਜੋਰੀ ਮੰਗਵਾਏ ਤਾਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਦੱਸ ਦਿੱਤਾ ਕਿ ਇਹ ਤਾਂ ਨਕਲੀ ਹੀਰਾ ਹੈ। ਫਿਰ ਕਈ ਵਾਰ ਸ਼ਾਹ ਸੂਜਾ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਆਇਆ, ਪਰ ਮਹਾਰਾਜਾ ਰਣਜੀਤ ਸਿੰਘ ਉਹਨਾਂ ਉੱਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦੇ। ਹੁਣ ਇਹਨਾਂ ਨੂੰ ਵੀ ਅਹਿਸਾਸ ਹੋ ਚੁੱਕਾ ਸੀ ਕਿ ਹੀਰਾ ਤਾਂ ਸਾਨੂੰ ਦੇਣਾ ਹੀ ਪਵੇਗਾ, ਅਸੀਂ ਵਾਅਦਾ ਕੀਤਾ ਹੋਇਆ ਸੀ। ਫਿਰ ਇਹਨਾਂ ਨੇ ਅਸਲੀ ਹੀਰਾ ਦੇਣ ਦੇ ਬਦਲੇ ਕੁਝ ਸ਼ਰਤਾਂ ਰੱਖੀਆਂ। ਕਿਹਾ, ਇੱਕ ਤਾਂ ਸਾਨੂੰ ਥੋੜੇ ਪੈਸੇ ਦਿੱਤੇ ਜਾਣ, ਦੂਸਰਾ ਤੁਸੀਂ ਇਹ ਵਾਅਦਾ ਕਰੋ ਕਿ ਹੀਰਾ ਲੈਣ ਤੋਂ ਬਾਅਦ ਸਾਨੂੰ ਤੁਸੀਂ ਮਾਰੋਗੇ ਨਹੀਂ ਅਤੇ ਕੋਈ ਵੀ ਜ਼ੁਲਮ ਸਾਡੇ ਤੇ ਨਹੀਂ ਕਰੋਗੇ। ਮਹਾਰਾਜਾ ਰਣਜੀਤ ਸਿੰਘ ਨੇ ਲਿਖਤੀ ਰੂਪ ਦੇ ਵਿੱਚ ਇਹਨਾਂ ਦੇ ਨਾਲ ਵਾਅਦਾ ਕੀਤਾ ਕਿ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ ਤੇ ਖਜ਼ਾਨੇ ਵਿੱਚੋਂ ਇਹਨਾਂ ਨੂੰ ਬਹੁਤ ਵੱਡੀ ਇੱਕ ਕੀਮਤ ਅਦਾ ਕੀਤੀ ਗਈ। ਹੁਣ ਕੋਹੇਨੂਰ ਹੀਰੇ ਦਾ ਮਾਲਕ ਪੰਜਾਬ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਬਣ ਚੁੱਕਾ ਸੀ। ਕੋਹੇਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਣ ਤੋਂ ਬਾਅਦ ਹੀ ਇੰਨਾ ਪ੍ਰਸਿੱਧ ਹੋਇਆ ਸੀ। ਜਦੋਂ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਆਪਣੀ ਪੱਗ ਵਿੱਚ ਸਜਾਇਆ ਤੇ ਲਾਹੌਰ ਦੀਆਂ ਗਲੀਆਂ ਵਿੱਚ ਪੂਰੇ ਜਾਹੋ ਜਲਾਲ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਕਾਫਲਾ ਘੁਮਾਇਆ ਗਿਆ ਸੀ
ਅਤੇ ਲੋਕਾਂ ਨੂੰ ਕੋਹੇਨੂਰ ਹੀਰਾ ਦਿਖਾਇਆ ਗਿਆ ਸੀ। ਉਸ ਤੋਂ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦਾ ਇੰਨਾ ਪਿਆਰ ਸੀ ਕੋਹੇਨੂਰ ਹੀਰੇ ਦੇ ਨਾਲ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਸੱਜੀ ਬਾਂਹ ਤੇ ਡੋਲੇ ਤੇ ਬੰਨ੍ਹ ਕੇ ਰੱਖਦੇ ਸੀ ਤਾਂ ਜੋ ਇਧਰਲੀ ਅੱਖ ਦੇ ਨਾਲ ਕੋਹੇਨੂਰ ਹੀਰਾ ਉਹਨਾਂ ਨੂੰ ਦਿਖਦਾ ਰਹੇ, ਕਿਉਂਕਿ ਉਹਨਾਂ ਨੂੰ ਖੱਬੀ ਅੱਖ ਤੋਂ ਦਿਖਦਾ ਨਹੀਂ ਸੀ। ਜਦੋਂ ਵੀ ਕੋਈ ਵੱਡਾ ਪ੍ਰੋਗਰਾਮ ਹੁੰਦਾ ਸੀ, ਕੋਈ ਵੀ ਬਹੁਤ ਖਾਸ ਬੰਦਾ ਮਿਲਣ ਆਉਂਦਾ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਉਹ ਹੀਰਾ ਪਹਿਨ ਕੇ ਰੱਖਦੇ ਸੀ। ਉਸ ਤੋਂ ਬਿਨਾਂ ਇਸ ਹੀਰੇ ਨੂੰ ਗੋਬਿੰਦਗੜ੍ਹ ਦੇ ਕਿਲੇ ਦੇ ਵਿੱਚ ਰੱਖਿਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਇਸ ਹੀਰੇ ਦੇ ਨਾਲ ਇਤਿਹਾਸ ਜੁੜਿਆ ਹੋਇਆ ਹੈ ਕਿ ਇਸ ਹੀਰੇ ਪਿੱਛੇ ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ ਨੇ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਇਸ ਨੂੰ ਇੱਕ ਕਿਲੇ ਵਿੱਚ ਕਦੇ ਵੀ ਨਹੀਂ ਰੱਖਦੇ ਸੀ। ਇੱਕ ਕਿਲੇ ਤੋਂ ਦੂਜੇ ਕਿਲੇ ਤੋਂ ਤੀਜੇ ਕਿਲੇ ਵਿੱਚ ਬਦਲਿਆ ਜਾਂਦਾ ਸੀ। ਇਸ ਹੀਰੇ ਨੂੰ ਜਦੋਂ ਇੱਕ ਕਿਲੇ ਤੋਂ ਦੂਜੇ ਕਿਲੇ ਲਿਜਾਇਆ ਜਾਂਦਾ ਸੀ ਤਾਂ ਸਾਰੇ ਊਂਠ ਇੱਕ ਤਰੀਕੇ ਦੇ ਹੀ ਤਿਆਰ ਕਰਕੇ ਰੱਖੇ ਜਾਂਦੇ ਸਨ। ਉਸ ਦੇ ਵਿੱਚ ਕੁਝ ਪਤਾ ਨਹੀਂ ਸੀ ਕਿ ਕਿਸ ਊਂਠ ਦੇ ਉੱਤੇ ਕੋਹੇਨੂਰ ਹੀਰਾ ਰੱਖਿਆ ਹੋਇਆ ਹੈ ਤੇ ਉਹਨਾਂ ਊਂਠਾਂ ਦੇ ਦੁਆਲੇ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਤਕੜੇ ਸਿਪਾਹੀ ਹੁੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਨਾਲ ਇੱਕ ਹੋਰ ਗੱਲ ਜੋੜੀ ਜਾਂਦੀ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਦਿਨ ਸੀ ਤਾਂ ਉਦੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਕੋਹੇਨੂਰ ਹੀਰੇ ਨੂੰ ਜਗਨਨਾਥਪੁਰੀ ਦੇ ਮੰਦਿਰ ਵਿੱਚ ਚੜਾਉਣਾ ਚਾਹੁੰਦੇ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਕਾਰਨ ਸੀ ਉਹਨਾਂ ਨੂੰ ਅਧਰੰਗ ਅਤੇ ਅਟੈਕ ਹੋਣ ਕਰਕੇ। ਮਹਾਰਾਜਾ ਰਣਜੀਤ ਸਿੰਘ ਨੂੰ 3 ਦੌਰੇ ਪਏ ਸੀ। ਜਦੋਂ ਪਹਿਲਾ ਦੌਰਾ ਪਿਆ ਤਾਂ ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ। ਫਿਰ ਜਦੋਂ ਦੂਸਰਾ ਅਟੈਕ ਹੋਇਆ ਤਾਂ ਉਹਨਾਂ ਦਾ ਇੱਕ ਪਾਸਾ ਬਿਲਕੁਲ ਹੀ ਖੜ ਗਿਆ ਸੀ। ਉਸ ਸਮੇਂ ਤੇ ਉਹ ਬੈੱਡ ਤੇ ਪਏ ਸੀ, ਬਿਲਕੁਲ ਹੀ ਇਸ਼ਾਰਿਆਂ ਦੇ ਨਾਲ ਗੱਲਾਂ ਕਰਦੇ ਹੁੰਦੇ ਸੀ। ਆਪਦੇ ਰਾਜ ਭਾਗ ਦੀਆਂ ਗੱਲਾਂ ਉਹ ਇਸ਼ਾਰਿਆਂ ਨਾਲ ਹੀ ਪੁੱਛਦੇ ਸੀ। ਬਹੁਤ ਖਾਸ ਲੋਕ ਹੀ ਉਹਨਾਂ ਦੇ ਕਮਰੇ ਦੇ ਵਿੱਚ ਜਾਂਦੇ ਹੁੰਦੇ ਸੀ। ਉਸ ਸਮੇਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਦਿਨ ਚੱਲ ਰਹੇ ਸੀ। ਉਹਨਾਂ ਨੇ ਇਸ਼ਾਰਾ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪੰਡਿਤ ਸੀ, ਪੰਡਿਤ ਗੋਬਿੰਦ ਰਾਮ। ਉਹ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਇਹ ਇਸ਼ਾਰਾ ਕਰ ਰਹੇ ਨੇ, ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੋਹੇਨੂਰ ਹੀਰੇ ਨੂੰ ਜਗਨਨਾਥਪੁਰੀ ਦੇ ਮੰਦਿਰ ਦੇ ਵਿੱਚ ਦਾਨ ਕੀਤਾ ਜਾਵੇ। ਹੁਣ ਇਸ ਗੱਲ ਨਾਲ ਕਈ ਲੋਕ ਸਹਿਮਤ ਹੋ ਗਏ ਤੇ ਕਈ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਮਿਸਰ ਵੈਲੀ ਰਾਮ ਜੀ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਖਾਸ ਸੀ ਤੇ ਬਹੁਤ ਸੂਝਵਾਨ ਸੀ। ਉਹਨਾਂ ਨੇ ਇਸ ਗੱਲ ਦਾ ਡਟ ਕੇ ਵਿਰੋਧ ਕੀਤਾ ਕਿ ਨਹੀਂ, ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਾਪਰਟੀ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਆਪਣੀ ਪ੍ਰਾਪਰਟੀ ਕੋਈ ਵੀ ਦਾਨ ਕਰੇ, ਅਸੀਂ ਕੁਝ ਨਹੀਂ ਕਹਿੰਦੇ। ਇਹ ਹੀਰੇ ਤੇ ਹੱਕ ਪੰਜਾਬ ਦੇ ਅਗਲੇ ਮਹਾਰਾਜੇ ਦਾ ਹੀ ਹੋਵੇਗਾ। ਤਾਂ ਇਸ ਕਰਕੇ ਹੀਰਾ ਦਾਨ ਨਹੀਂ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦਾਨ ਕਰਨਾ ਵੀ ਚਾਹੁੰਦੇ ਸੀ ਜਾਂ ਨਹੀਂ ਕਰਨਾ ਚਾਹੁੰਦੇ ਸੀ, ਇਸ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਇਹ ਗੱਲ ਅੰਗਰੇਜ਼ਾਂ ਦੇ ਵੀ ਧਿਆਨ ਵਿੱਚ ਆ ਗਈ ਸੀ। ਅੰਗਰੇਜ਼ਾਂ ਦੀ ਖਾਲਸਾ ਰਾਜ ਤੇ ਤਾਂ ਪਹਿਲਾਂ ਹੀ ਨਜ਼ਰ ਸੀ, ਹੁਣ ਕੋਹੇਨੂਰ ਵੀ ਉਹਨਾਂ ਦੀ ਨਿਗਾਹ ਦੇ ਵਿੱਚ ਆ ਚੁੱਕਿਆ ਸੀ। ਅੰਗਰੇਜ਼ਾਂ ਨੇ ਕਿਹਾ ਇਹ ਕੋਹੇਨੂਰ ਹੋਰ ਕਿਤੇ ਨਹੀਂ ਜਾਣਾ ਚਾਹੀਦਾ, ਇਸ ਉੱਤੇ ਸਾਡਾ ਹੀ ਹੱਕ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਬਿਖਰਨਾ ਸ਼ੁਰੂ ਹੋ ਗਿਆ। ਖਾਲਸਾ ਦਰਬਾਰ ਦੇ ਵਿੱਚ ਤਖਤ ਨੂੰ ਲੈ ਕੇ ਧੋਖਾਧੜੀ, ਕਤਲੇਆਮ, ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ ਗਿਆ। ਹੁਣ ਕੋਹੇਨੂਰ ਹੀਰਾ ਮਹਾਰਾਜਾ ਖੜਕ ਸਿੰਘ ਕੋਲ ਆ ਗਿਆ। ਖੜਕ ਸਿੰਘ ਨੂੰ ਸਾਜ਼ਿਸ਼ ਦੇ ਨਾਲ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ ਖੜਕ ਸਿੰਘ ਦੇ ਪੁੱਤਰ ਨੌ ਨਿਹਾਲ ਸਿੰਘ ਨੂੰ, ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਨੌ ਨਿਹਾਲ ਨੂੰ। ਨੌ ਨਿਹਾਲ ਸਿੰਘ ਨੂੰ ਵੀ ਥੋੜੇ ਹੀ ਸਮੇਂ ਵਿੱਚ ਮਾਰ ਦਿੱਤਾ ਗਿਆ। ਇੰਨੇ ਥੋੜੇ ਸਮੇਂ ਵਿੱਚ ਹੀ ਪੰਜਾਬ ਨੇ ਆਪਣੇ ਕਈ ਮਹਾਰਾਜੇ ਖੋਏ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਜਿੰਦਾ ਦੇ 5 ਸਾਲ ਦੇ ਪੁੱਤਰ ਦਲੀਪ ਸਿੰਘ ਨੂੰ ਰਾਜਾ ਬਣਾਇਆ ਗਿਆ ਅਤੇ ਕੋਹੇਨੂਰ ਹੀਰੇ ਦਾ ਮਾਲਕ। ਪਰ ਅੰਗਰੇਜ਼ਾਂ ਵਾਸਤੇ ਹੁਣ ਪੰਜਾਬ ਦੱਬਣਾ ਤੇ ਕੋਹੇਨੂਰ ਦੱਬਣਾ ਸੌਖਾ ਹੋ ਗਿਆ ਸੀ, ਕਿਉਂਕਿ ਰਣਜੀਤ ਸਿੰਘ ਦੇ ਖਾਨਦਾਨ ਵਿੱਚੋਂ 2-3 ਲੋਕ ਹੀ ਬਚੇ ਸੀ। ਮਹਾਰਾਜਾ ਦਲੀਪ ਸਿੰਘ ਬਚੇ ਸੀ, ਮਹਾਰਾਣੀ ਜਿੰਦਾ ਬਚੀ ਸੀ, ਬਾਕੀ ਸਾਰੇ ਖਤਮ ਹੋ ਗਏ ਸੀ। ਇੱਕ ਦੂਜੇ ਨੂੰ ਖਤਮ ਕਰਦੇ ਕਰਦੇ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਲੋਕ ਹੀ ਖਤਮ ਹੋ ਚੁੱਕੇ ਸੀ। 10 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਦੀ ਮਾਂ ਰਾਣੀ ਜਿੰਦਾ ਤੋਂ ਬੜੀ ਚਲਾਕੀ ਦੇ ਨਾਲ ਅੰਗਰੇਜ਼ਾਂ ਨੇ ਦੂਰ ਕਰ ਦਿੱਤਾ ਤੇ ਦਰਬਾਰ ਦੇ ਕੁਝ ਆਪਣਿਆਂ ਦੀਆਂ ਹੀ ਗੱਦਾਰੀਆਂ ਕਰਕੇ ਸਿੱਖ ਜੰਗ ਹਾਰ ਗਏ ਤੇ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਅਤੇ ਅੰਗਰੇਜ਼ਾਂ ਨੇ ਬਾਲਕ ਮਹਾਰਾਜਾ ਦਲੀਪ ਸਿੰਘ ਤੋਂ ਸਾਈਨ ਕਰਵਾ ਲਏ, ਜਿਸ ਵਿੱਚ ਲਿਖਿਆ ਸੀ ਪੰਜਾਬ ਦਾ ਰਾਜ ਅਤੇ ਕੋਹੇਨੂਰ ਹੀਰਾ ਅੰਗਰੇਜ਼ਾਂ ਨੂੰ ਸੌਂਪਿਆ ਜਾਂਦਾ ਹੈ। ਹੁਣ ਨਾ ਪੰਜਾਬ ਸਿੱਖਾਂ ਦਾ ਰਿਹਾ ਤੇ ਨਾ ਕੋਹੇਨੂਰ ਹੀਰਾ ਸਿੱਖਾਂ ਦਾ ਰਿਹਾ। ਲਾਰਡ ਡਲਹੌਜੀ ਖੁਦ ਕੋਹੇਨੂਰ ਹੀਰਾ ਲੈਣ ਲਈ ਲਾਹੌਰ ਆਇਆ ਸੀ। ਮੀਡੀਆ ਨਾਮ ਦਾ ਇੱਕ ਸਮੁੰਦਰੀ ਜਹਾਜ਼ ਲੈ ਕੇ, ਜਿਸ ਦੇ ਵਿੱਚ ਕੋਹੇਨੂਰ ਹੀਰੇ ਨੂੰ ਭੇਜਿਆ ਗਿਆ ਸੀ ਭਾਰਤ ਤੋਂ ਇੰਗਲੈਂਡ। ਉਸ ਤੋਂ ਬਾਅਦ ਇਹ ਜਹਾਜ਼ ਇੰਗਲੈਂਡ ਦੀ ਧਰਤੀ ਤੇ ਪਹੁੰਚ ਗਿਆ, ਪਰ ਇਹ ਜਹਾਜ਼ ਵਿੱਚ ਸਫ਼ਰ ਕਰ ਰਹੇ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਇਸ ਜਹਾਜ਼ ਦੇ ਵਿੱਚ ਜਾ ਰਿਹਾ ਹੈ। ਇਹ ਗੱਲ ਉਸ ਜਹਾਜ਼ ਦੇ ਕੈਪਟਨ ਨੂੰ ਹੀ ਪਤਾ ਸੀ ਤੇ ਉਧਰ ਇੰਗਲੈਂਡ ਦੀ ਧਰਤੀ ਤੇ
ਬੇਸਬਰੀ ਦੇ ਨਾਲ ਕੋਹੇਨੂਰ ਹੀਰੇ ਦਾ ਇੰਤਜ਼ਾਰ ਹੋ ਰਿਹਾ ਸੀ। ਇਹ ਹੀਰਾ ਸ਼ਾਹੀ ਪਰਿਵਾਰ ਨੂੰ ਦੇ ਦਿੱਤਾ ਗਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਭਾਰਤ ਤੋਂ ਇੰਗਲੈਂਡ ਭੇਜਿਆ ਗਿਆ ਅਤੇ ਉਹਨਾਂ ਨੂੰ ਕ੍ਰਿਸਚੀਅਨ ਬਣਾ ਦਿੱਤਾ ਗਿਆ। ਉੱਥੇ ਇੰਗਲੈਂਡ ਆਪਣੇ ਆਪ ਨੂੰ ਬਹੁਤ ਤਾਕਤਵਰ ਸ਼ੋਅ ਕਰ ਰਿਹਾ ਸੀ ਕਿ ਸਾਡੇ ਕੋਲ ਕੋਹੇਨੂਰ ਹੀਰਾ ਹੈ, ਅਸੀਂ ਹਾਂ ਸਭ ਤੋਂ ਜ਼ਿਆਦਾ ਤਾਕਤਵਰ। ਕੋਹੇਨੂਰ ਹੀਰਾ ਇੰਗਲੈਂਡ ਪਹੁੰਚਣ ਤੋਂ ਤਕਰੀਬਨ 2 ਸਾਲ ਬਾਅਦ ਲੋਕਾਂ ਨੂੰ ਦਿਖਾਉਣ ਦਾ ਫੈਸਲਾ ਕੀਤਾ ਗਿਆ। ਕ੍ਰਿਸਟਲ ਪੈਲੇਸ ਦੇ ਵਿੱਚ ਇਹ ਪ੍ਰਦਰਸ਼ਨੀ ਲਾਈ ਗਈ ਅਤੇ ਉਦੋਂ ਦੇ ਇਤਿਹਾਸਕਾਰਾਂ ਨੇ ਇਹ ਚੀਜ਼ ਲਿਖੀ ਹੈ ਕਿ ਕ੍ਰਿਸਟਲ ਪੈਲੇਸ ਦੇ ਬਾਹਰ ਕੋਹੇਨੂਰ ਹੀਰੇ ਨੂੰ ਦੇਖਣ ਦੇ ਲਈ ਇੰਗਲੈਂਡ ਦੇ ਲੋਕ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਸਨ। ਪਰ ਜਦੋਂ ਉਸ ਸ਼ੀਸ਼ਿਆਂ ਵਿੱਚ ਜੜੇ ਕੋਹੇਨੂਰ ਹੀਰੇ ਨੂੰ ਲੋਕਾਂ ਨੇ ਦੇਖਿਆ ਤਾਂ ਬਹੁਤ ਜ਼ਿਆਦਾ ਨਿਰਾਸ਼ ਹੋਏ। ਲੋਕਾਂ ਨੇ ਕਿਹਾ, ਆਹ ਕੀ ਸਾਡੇ ਨਾਲ ਮਜ਼ਾਕ ਕੀਤਾ ਹੈ, ਇੱਕ ਡੱਲ ਜਿਹੇ ਪੱਥਰ ਕਰਕੇ ਇੰਨਾ ਹੱਲਾ ਗੁੱਲਾ ਮਚਾ ਰੱਖਿਆ ਸੀ। ਕਹਿੰਦੇ ਨੇ ਉਸ ਸਮੇਂ ਕੋਹੇਨੂਰ ਹੀਰਾ ਆਪਣੀ ਚਮਕ ਖੋ ਚੁੱਕਾ ਸੀ। ਕਈ ਇੰਗਲੈਂਡ ਦੇ ਅਖਬਾਰਾਂ ਨੇ ਵੀ ਮਾਰਟੇਨ ਆਫ ਡਾਰਕ ਲਿਖਿਆ ਸੀ ਕੋਹੇਨੂਰ ਹੀਰੇ ਨੂੰ। ਉਹ ਹੀਰਾ ਜਿਸ ਨੂੰ ਰੋਸ਼ਨੀ ਦਾ ਪਹਾੜ ਕਿਹਾ ਗਿਆ ਸੀ, ਦੁਨੀਆ ਦਾ ਸਭ ਤੋਂ ਚਮਕਦਾਰ, ਦੁਨੀਆ ਦਾ ਸਭ ਤੋਂ ਸੋਹਣਾ ਹੀਰਾ ਡੱਲ ਕਿਉਂ ਹੋ ਗਿਆ ਸੀ? ਉਹ ਆਪਣੀ ਚਮਕ ਕਿਉਂ ਖੋ ਚੁੱਕਾ ਸੀ? ਹੁਣ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ। ਇਸ ਗੱਲ ਦੀ ਸ਼ਾਹੀ ਪਰਿਵਾਰ ਨੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ। ਰਾਣੀ ਵਿਕਟੋਰੀਆ ਦੇ ਘਰ ਵਾਲੇ ਪ੍ਰਿੰਸ ਐਲਬਰਟ ਨੇ ਫੈਸਲਾ ਕੀਤਾ ਕਿ ਇਸ ਹੀਰੇ ਨੂੰ ਤਰਾਸ਼ਿਆ ਜਾਏਗਾ। ਪਹਿਲਾਂ ਔਰੰਗਜ਼ੇਬ ਦੇ ਸਮੇਂ ਤੇ ਤਰਾਸ਼ਿਆ ਗਿਆ ਸੀ, ਹੁਣ ਪ੍ਰਿੰਸ ਐਲਬਰਟ ਨੇ ਫੇਰ ਬਹੁਤ ਤਕੜੇ ਜੋੜੀ ਲੱਭੇ। ਉਹਨਾਂ ਨੂੰ ਫੇਰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਇਹ ਹੀਰੇ ਦੀ ਚਮਕ ਵਾਪਸ ਲੈ ਕੇ ਆਓ। ਫੇਰ ਹੀਰੇ ਨੂੰ ਤਰਾਸ਼ਿਆ ਗਿਆ। ਹੀਰੇ ਨੂੰ ਤਰਾਸ਼ ਕੇ ਉਸ ਦਾ ਵਜ਼ਨ ਹੋਰ ਘੱਟ ਹੋ ਗਿਆ, 793 ਕੈਰਟ ਤੋਂ 186 ਕੈਰਟ ਦਾ। ਉਸ ਤੋਂ ਬਾਅਦ ਇਹ ਹੀਰਾ ਹੁਣ ਸਿਰਫ 105 ਕੈਰਟ ਦਾ ਰਹਿ ਗਿਆ ਸੀ। ਇੱਕ ਗੱਲ ਤੁਹਾਡੇ ਦਿਮਾਗ ਵਿੱਚ ਘੁੰਮ ਰਹੀ ਹੋਵੇਗੀ ਕਿ ਇੰਨੇ ਲੋਕਾਂ ਨੂੰ ਇਹ ਹੀਰੇ ਨੇ ਬਰਬਾਦ ਕੀਤਾ, ਫਿਰ ਇੰਗਲੈਂਡ ਦਾ ਸ਼ਾਹੀ ਪਰਿਵਾਰ ਕਿਵੇਂ ਬਚ ਗਿਆ ਇਸ ਹੀਰੇ ਦੇ ਪ੍ਰਕੋਪ ਤੋਂ? ਇਸ ਹੀਰੇ ਦੇ ਨਾਲ ਇੱਕ ਗੱਲ ਜੁੜੀ ਹੋਈ ਹੈ। ਮੈਟਕਾਫ ਨੇ ਪੁਰਾਣੇ ਜ਼ਮਾਨਿਆਂ ਵਿੱਚ ਆਪਣੀ ਕਿਤਾਬ ਵਿੱਚ ਲਿਖਿਆ ਸੀ ਕਿ ਜਿਸ ਕੋਲ ਵੀ ਕੋਹੇਨੂਰ ਹੀਰਾ ਹੋਵੇਗਾ ਉਹ ਦੁਨੀਆ ਤੇ ਰਾਜ ਕਰੇਗਾ, ਪਰ ਉਸ ਦੀ ਜ਼ਿੰਦਗੀ ਦੇ ਵਿੱਚ ਬਰਬਾਦੀ ਵੀ ਜੁੜ ਜਾਏਗੀ। ਹੁਣ ਤੁਸੀਂ ਇਤਿਹਾਸ ਪਿੱਛੇ ਮੁੜ ਕੇ ਦੇਖ ਸਕਦੇ ਹੋ। ਖਿਲਜੀ ਤੋਂ ਲੈ ਕੇ ਬਾਬਰ, ਹਮਾਯੂੰ, ਨਾਦਰ ਸ਼ਾਹ, ਸ਼ਾਹ ਸੂਜਾ, ਰਣਜੀਤ ਸਿੰਘ। ਹੁਣ ਇਸ ਚੀਜ਼ ਨੂੰ ਆਪਾਂ ਕਿਸਮਤ ਵੀ ਕਹਿ ਸਕਦੇ ਹਾਂ, ਅੰਧ ਵਿਸ਼ਵਾਸ ਵੀ ਕਹਿ ਸਕਦੇ ਹਾਂ। ਬਹੁਤ ਲੋਕ ਇਹ ਗੱਲ ਨੂੰ ਮੰਨਦੇ ਨੇ ਕਿ ਇਹ ਹੀਰਾ ਮੰਦਭਾਗਾ ਹੈ। ਬਹੁਤ ਲੋਕ ਇਹ ਗੱਲ ਨੂੰ ਨਹੀਂ ਮੰਨਦੇ, ਕਹਿੰਦੇ ਨੇ ਕਿ ਹਾਂ, ਜੋ ਵੀ ਹੋਇਆ ਉਹਨਾਂ ਦੀ ਕਿਸਮਤ ਵਿੱਚ ਸੀ। ਜਿਹੜੇ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਨੇ, ਉਹਨਾਂ ਦੇ ਮੁਤਾਬਿਕ ਇੰਗਲੈਂਡ ਦੇ ਸ਼ਾਹੀ ਪਰਿਵਾਰ ਤੇ ਇਸ ਹੀਰੇ ਦਾ ਬੁਰਾ ਅਸਰ ਇਸ ਕਰਕੇ ਨਹੀਂ ਹੋਇਆ ਕਿਉਂਕਿ ਇੱਕ ਚੀਜ਼ ਮੰਨੀ ਜਾਂਦੀ ਸੀ ਕਿ ਜਿਸ ਕੋਲ ਵੀ ਇਹ ਹੀਰਾ ਹੋਵੇਗਾ ਉਹ ਦੁਨੀਆ ਤੇ ਰਾਜ ਕਰੇਗਾ, ਪਰ ਉਸ ਦੇ ਨਾਲ ਬਰਬਾਦੀ ਵੀ ਜੁੜ ਜਾਵੇਗੀ। ਪਰ ਜੇ ਕੋਈ ਔਰਤ ਇਸ ਹੀਰੇ ਦੀ ਮਾਲਕਣ ਹੋਵੇਗੀ ਤਾਂ ਉਸ ਉੱਤੇ ਕੋਹੇਨੂਰ ਦਾ ਬੁਰਾ ਅਸਰ ਨਹੀਂ ਹੋਵੇਗਾ। ਰਾਣੀ ਵਿਕਟੋਰੀਆ ਤੋਂ ਬਾਅਦ ਰਾਣੀਆਂ ਹੀ ਇਸ ਹੀਰੇ ਨੂੰ ਪਹਿਨਦੀਆਂ ਰਹੀਆਂ ਹਨ। ਕਿਸੇ ਵੀ ਇੰਗਲੈਂਡ ਦੇ ਰਾਜੇ ਨੇ ਇਸ ਹੀਰੇ ਨੂੰ ਨਹੀਂ ਪਹਿਨਿਆ। ਇਹ ਸੀ ਕੋਹੇਨੂਰ ਹੀਰੇ ਦਾ ਇਤਿਹਾਸ। ਇਸ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਸਾਡੇ ਚੈਨਲ ਇਨਫੋਰਮੇਸ਼ਨ ਵਰਲਡ ਦੇ ਨਾਲ।